ਪਿਆਰੇ ਬੱਚਿਓ, ਅੱਜ ਆਪਾਂ 8ਵੀਂ ਕਲਾਸ ਦਾ ਭੂਗੋਲ ਦਾ ਪਾਠ ਸਾਧਨ ਅਤੇ ਇਹਨਾਂ ਦਾ ਵਿਕਾਸ ਦਾ ਅਭਿਆਸ ਅਤੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਵਾਉਂਦਾ ਹੈ? ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ ਕੁਦਰਤੀ ਸਾਧਨ ਹਨ। ਇਹ ਸਾਨੂੰ ਕੁਦਰਤ ਪ੍ਰਦਾਨ ਕਰਦੀ ਹੈ। ਤਾਂ ਬੱਚਿਓ, ਉਹ ਚੀਜ਼ਾਂ ਜਾਂ ਉਹ ਵਸਤੂਆਂ ਜਿਹੜੀਆਂ ਆਪਣੇ ਆਪ ਇਸ ਧਰਤੀ 'ਤੇ ਹੋ ਜਾਂਦੀਆਂ, ਜਿਨ੍ਹਾਂ ਦੇ ਵਿੱਚ ਇਨਸਾਨ ਦਾ ਕੋਈ ਯੋਗਦਾਨ ਨਹੀਂ ਹੁੰਦਾ, ਉਹਨੂੰ ਅਸੀਂ ਕੁਦਰਤੀ ਸਾਧਨ ਕਹਿੰਦੇ ਹਾਂ। ਠੀਕ ਹੈ, ਜਿਵੇਂ ਪਾਣੀ ਆ, ਪਹਾੜ ਆ, ਦਰਿਆ ਆ, ਨਦੀਆਂ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਰਮਾਤਮਾ ਨੇ ਬਣਾਈਆਂ ਹਨ ਅਤੇ ਅਸੀਂ ਉਹਨਾਂ ਦਾ ਆਨੰਦ ਮਾਣਦੇ ਹਾਂ। ਤਾਂ ਇਹ ਸਾਰੇ ਕੁਦਰਤੀ ਸਾਧਨ ਹਨ। ਹੁਣ ਜਿਵੇਂ ਕਾਰ ਆ, ਸਕੂਟਰ ਆ, ਇਹ ਗੈਰ ਕੁਦਰਤੀ ਸਾਧਨ, ਕਿਉਂਕਿ ਇਹ ਇਨਸਾਨ ਨੇ ਬਣਾਏ ਹਨ। ਦੂਸਰਾ ਪ੍ਰਸ਼ਨ ਹੈ, ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ। ਸਾਧਨਾਂ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ: ਜੀਵ ਅਤੇ ਨਿਰਜੀਵ ਸਾਧਨ, ਵਿਕਸਤ ਅਤੇ ਸੰਭਾਵਿਤ ਸਾਧਨ, ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ, ਮਿੱਟੀ ਅਤੇ ਭੂਮੀ ਸਾਧਨ, ਸਮੁੰਦਰ ਅਤੇ ਖਣਿਜ ਪਦਾਰਥ, ਮਨੁੱਖੀ ਸਾਧਨ। ਤੀਸਰਾ ਪ੍ਰਸ਼ਨ ਹੈ, ਮਿੱਟੀ ਦੀ ਪਰਿਭਾਸ਼ਾ ਦਿਓ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ ਜੋ ਚੱਟਾਨਾਂ ਦੇ ਟੁੱਟ ਭੱਜ ਅਤੇ ਕਈ ਪ੍ਰਕਾਰ ਦੇ ਸੈੱਲਾਂ ਤੋਂ ਬਣੀ ਹੁੰਦੀ ਹੈ। ਚੌਥਾ ਪ੍ਰਸ਼ਨ ਹੈ, ਸਮੁੰਦਰ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਸਮੁੰਦਰ ਤੋਂ ਸਾਨੂੰ ਵੱਡੀ ਮਾਤਰਾ ਵਿੱਚ ਮੱਛੀਆਂ, ਘੋਗੇ, ਸਿੱਪੀਆਂ, ਹੀਰੇ ਜਵਾਹਰਾਤ ਆਦਿ ਪ੍ਰਾਪਤ ਹੁੰਦੇ ਹਨ। ਪੰਜਵਾਂ ਪ੍ਰਸ਼ਨ ਹੈ, ਸਾਧਨਾਂ ਦੀ ਸਹੀ ਸੰਭਾਲ ਕਿਵੇਂ ਹੋ ਸਕਦੀ ਹੈ? ਸਾਧਨਾਂ ਦੀ ਵਰਤੋਂ ਇਸ ਪ੍ਰਕਾਰ ਹੋਣੀ ਚਾਹੀਦੀ ਹੈ ਕਿ ਇਹ ਵਿਅਰਥ ਨਾ ਜਾਣ। ਇਹਨਾਂ ਦੀ ਵਰਤੋਂ ਲਈ ਨਿਯਮ ਬਣਾਏ ਜਾਣੇ ਚਾਹੀਦੇ ਹਨ। ਨਾ ਮੁੱਕਣਯੋਗ ਸਾਧਨਾਂ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਣੀ ਚਾਹੀਦੀ ਹੈ। ਵੱਡੇ ਪ੍ਰਸ਼ਨ ਆ, ਪਹਿਲਾ, ਜੀਵ ਅਤੇ ਨਿਰਜੀਵ ਵਿੱਚ ਅੰਤਰ ਸਪਸ਼ਟ ਕਰੋ। ਯਾਨੀ ਜੀਵ ਅਤੇ ਨਿਰਜੀਵ ਸਾਧਨ ਵਿੱਚ ਅੰਤਰ ਸਪਸ਼ਟ ਕਰੋ। ਪਹਿਲਾ ਹੈ, ਜੀਵ ਸਾਧਨ ਤੋਂ ਭਾਵ ਹੈ ਉਹ ਸਾਧਨ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਹੈ। ਨਿਰਜੀਵ ਦਾ ਮਤਲਬ ਹੈ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ। ਜੀਵ ਸਾਧਨ ਕੀ ਹੈ? ਇਹ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ ਜੀਵ ਜੰਤੂ ਅਤੇ ਪੌਦੇ। ਕੋਲਾ ਅਤੇ ਤੇਲ ਪਦਾਰਥ ਵੀ ਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਹੁਣ ਜੀਵ ਜੰਤੂ ਦੇ ਵਿੱਚ ਸਾਰੇ ਇਨਸਾਨ, ਜਾਨਵਰ, ਇਹ ਸਾਰਾ ਕੁਛ ਆਉਂਦਾ ਹੈ। ਪੌਦਿਆਂ ਦੇ ਵਿੱਚ ਸਾਰੇ ਪੇੜ ਪੌਦੇ, ਭਾਵੇਂ ਉਹ ਛੋਟੀ ਬੂਟੀ ਹੈ, ਭਾਵੇਂ ਵੱਡੇ ਦਰਖਤ ਹੈ, ਉਹ ਸਾਰੇ ਆਉਂਦੇ ਆ। ਹੁਣ ਕੋਲਾ ਅਤੇ ਤੇਲ ਆਪਾਂ ਦੇਖਾਂਗੇ ਵੀ ਉਹ ਸਾਨੂੰ ਇੱਦਾਂ ਲੱਗਦਾ ਵੀ ਉਹ ਜੀਵ ਪਦਾਰਥ ਤਾਂ ਹੈ ਨਹੀਂ ਗੇ, ਪਰ ਅਸਲ ਦੇ ਵਿੱਚ ਇਹ ਉਹਨਾਂ ਤੋਂ ਹੀ ਤਿਆਰ ਹੁੰਦੇ ਆ। ਜਿਹੜੇ ਜਾਨਵਰ ਮਰ ਜਾਂਦੇ, ਉਹਨਾਂ ਦੀ ਰਹਿੰਦ ਖੂੰਹਦ, ਪੇੜ ਪੌਦਿਆਂ ਦੀ ਰਹਿੰਦ ਖੂੰਹਦ ਤੋਂ ਇਹ ਜਿਹੜੇ ਹੈਗੇ ਆ ਤਿਆਰ ਹੁੰਦੇ। ਇਸ ਕਰਕੇ ਅਸੀਂ ਇਹਨਾਂ ਨੂੰ ਜੀਵ ਸਾਧਨਾਂ ਦੇ ਵਿੱਚ ਲੈ ਕੇ ਆਉਂਦੇ ਹਾਂ। ਨਿਰਜੀਵ ਸਾਧਨ, ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ। ਕੁਦਰਤ ਤੋਂ ਪ੍ਰਾਪਤ ਹੋਣ ਵਾਲੇ ਨਿਰਜੀਵ ਪਦਾਰਥਾਂ ਨੂੰ ਨਿਰਜੀਵ ਸਾਧਨ ਕਿਹਾ ਜਾਂਦਾ ਹੈ, ਜਿਵੇਂ ਖਣਿਜ ਪਦਾਰਥ, ਸੂਰਜ, ਪਾਣੀ ਆਦਿ। ਅਗਲਾ ਪ੍ਰਸ਼ਨ ਹੈ, ਭੂਮੀ ਅਤੇ ਮਿੱਟੀ ਸਾਧਨਾਂ ਦੀ ਮਹੱਤਤਾ ਦੇ ਨੋਟ ਲਿਖੋ। ਭੂਮੀ ਸਾਧਨ ਕਿਹੜੇ ਆ? ਇਹਨਾਂ ਦੀ ਵਰਤੋਂ ਮਨੁੱਖ ਖੇਤੀਬਾੜੀ ਕਰਨ, ਉਦਯੋਗ ਲਗਾਉਣ, ਆਵਾਜਾਈ ਸਾਧਨ ਵਿਕਸਿਤ ਕਰਨ, ਖੇਡਾਂ ਖੇਡਣ, ਸੈਰ ਸਪਾਟੇ ਆਦਿ ਕੰਮਾਂ ਲਈ ਕਰਦਾ ਹੈ। ਮਿੱਟੀ ਸਾਧਨ ਇਹ ਪੌਦਿਆਂ ਅਤੇ ਫਸਲਾਂ ਨੂੰ ਉਗਾਉਣ ਲਈ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਸ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ। ਹੁਣ ਬੱਚਿਓ, ਬਹੁਤ ਤਰ੍ਹਾਂ ਦੀਆਂ ਮਿੱਟੀਆਂ ਸਾਡੇ ਭਾਰਤ 'ਚ ਮਿਲਦੀ ਆ। ਲਾਲ ਮਿੱਟੀ, ਕਾਲੀ ਮਿੱਟੀ, ਪਰਬਤੀ ਮਿੱਟੀ, ਔਰ ਹਰੇਕ ਮਿੱਟੀ ਅਲੱਗ ਅਲੱਗ ਫਸਲ ਨੂੰ, ਅਲੱਗ ਅਲੱਗ ਪੇੜ ਪੌਦਿਆਂ ਨੂੰ, ਅਲੱਗ ਅਲੱਗ ਤਰ੍ਹਾਂ ਦੇ ਫਲਾਂ ਨੂੰ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ। ਆਪਾਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਖਾਣ ਨੂੰ ਵਰਤਦੇ ਹਾਂ, ਅਤੇ ਉਹ ਸਾਰੀਆਂ ਚੀਜ਼ਾਂ ਜਿਵੇਂ ਪੰਜਾਬ 'ਚ ਨਹੀਂ ਹੁੰਦੀਆਂ, ਉਹ ਸਾਰੇ ਭਾਰਤ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਮਿੱਟੀਆਂ ਤੋਂ ਅਲੱਗ ਅਲੱਗ ਚੀਜ਼ ਉਹ ਸਾਨੂੰ ਮਿਲਦੀ ਹੈ। ਇਸ ਕਰਕੇ ਮਿੱਟੀ ਦੀ ਬਹੁਤ ਮਹੱਤਤਾ ਹੈ। ਤੀਸਰਾ ਪ੍ਰਸ਼ਨ ਹੈ, ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ? ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?
ਖਣਿਜ ਪਦਾਰਥ ਸਾਨੂੰ ਧਰਤੀ ਤੋਂ ਪ੍ਰਾਪਤ ਹੁੰਦੇ ਹਨ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਧਾਤੂ ਤੇ ਅਧਾਤੂ। ਧਾਤੂ ਕਿਹੜੇ ਹੁੰਦੇ ਹਨ? ਇਹਨਾਂ ਵਿੱਚ ਲੋਹਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ ਆਦਿ ਸ਼ਾਮਲ ਹੁੰਦੇ। ਇਹ ਸਾਰੀਆਂ ਚੀਜ਼ਾਂ ਬੱਚੋ ਤੁਸੀਂ ਦੇਖੋਗੇ ਤੁਹਾਡੇ ਘਰ ਵਿੱਚ ਮਿਲ ਜਾਣਗੀਆਂ। ਸੋਨੇ ਦੇ ਗਹਿਣੇ ਮਿਲ ਜਾਣਗੇ, ਚਾਂਦੀ ਮਿਲ ਜੂਗੀ, ਠੀਕ ਹੈ, ਐਲੂਮੀਨੀਅਮ ਦੇ ਭਾਂਡੇ ਤੁਹਾਨੂੰ ਮਿਲ ਜੂਗੇ। ਫਿਰ ਲੋਹੇ ਦੀਆਂ ਚੀਜ਼ਾਂ ਤੁਸੀਂ ਦੇਖੋ, ਜਿਹੜੇ ਬੈਂਚਾਂ 'ਤੇ ਤੁਸੀਂ ਸਕੂਲ 'ਚ ਬੈਠਦੇ ਹੋ ਲੋਹੇ ਦੇ ਬਣੇ ਹੁੰਦੇ। ਹੋਰ ਵੀ ਕਈ ਕੁਛ ਤੁਹਾਨੂੰ ਲੋਹੇ ਦਾ ਬਣਿਆ ਮਿਲ ਸਕਦਾ ਹੈ। ਅਧਾਤੂ, ਇਹਨਾਂ ਵਿੱਚ ਪੈਟਰੋਲੀਅਮ, ਕੋਲਾ, ਅਬਰਕ, ਮੈਗਨੀਜ਼ ਆਦਿ ਸ਼ਾਮਲ ਹੁੰਦੇ ਹਨ। ਚੌਥਾ ਪ੍ਰਸ਼ਨ ਹੈ, ਵਿਕਸਿਤ ਅਤੇ ਸੰਭਾਵਿਕ ਸਾਧਨਾਂ ਨੂੰ ਉਦਾਹਰਨ ਸਹਿ ਸਮਝਾਓ। ਜਿਹੜੇ ਸਾਧਨ ਕਿਸੇ ਲਾਭ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਇਹਨਾਂ ਦੀਆਂ ਉਦਾਹਰਨਾਂ ਹਨ ਸੋਨਾ, ਚਾਂਦੀ, ਕੋਲਾ, ਪੈਟਰੋਲੀਅਮ, ਜੰਗਲ, ਪਾਣੀ, ਸੂਰਜੀ ਸ਼ਕਤੀ ਆਦਿ। ਜਿਹੜੇ ਸਾਧਨ ਮੌਜੂਦ ਹਨ, ਇਸ ਧਰਤੀ 'ਤੇ ਮੌਜੂਦ ਹਨ, ਪਰ ਉਹਨਾਂ ਦੀ ਅਜੇ ਤੱਕ ਵਰਤੋਂ ਨਹੀਂ ਕੀਤੀ ਗਈ, ਉਹਨਾਂ ਨੂੰ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ। ਜਿਵੇਂ ਪਹਾੜਾਂ ਤੋਂ ਆਉਂਦਾ ਹੋਇਆ ਪਾਣੀ, ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਜਾਂ ਹੋਰ ਪਦਾਰਥ, ਇਹ ਸਾਡੇ ਸੰਭਾਵਿਤ ਸਾਧਨ ਹਨ। ਮੁੱਕਣਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ? ਮੁੱਕਣਯੋਗ ਸਾਧਨਾਂ ਦੀ ਵੱਡੀ ਮਾਤਰਾ ਵਿੱਚ ਵਰਤੋਂ ਕਰਨ ਨਾਲ ਇਹਨਾਂ ਦੀ ਕਮੀ ਹੋ ਜਾਵੇਗੀ ਜਾਂ ਇਹ ਖਤਮ ਹੋ ਜਾਣਗੇ। ਇਸ ਲਈ ਸਾਨੂੰ ਇਹਨਾਂ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ। ਸੋ ਬੱਚਿਓ, ਇਹ ਸਾਡਾ ਪਾਠ ਸੀ, ਸਾਧਨ ਅਤੇ ਇਹਨਾਂ ਦਾ ਵਿਕਾਸ। ਇਹਦੇ ਪ੍ਰਸ਼ਨ ਉੱਤਰ ਆਪਾਂ ਕਰ ਲਏ ਆ। ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲੈਣੇ ਆ ਅਤੇ ਇਹਨਾਂ ਨੂੰ ਯਾਦ ਕਰ ਲੈਣਾ ਹੈ। ਧੰਨਵਾਦ।